तेरे कवन कवन गुण कह कह गावा। तू साहिब गुणी निधान, तुमरी महिमा वरन न साकू। तू ठाकुर ऊच भगवाना। सतनाम धन वाहिगुरु साहिब जी। आसा पार ब्रह्म जे चीनसी, आसा ते ना भावसी। रामा भगतां चेती आले, अचिंत मन राखसी। पार ब्रह्म जे चीनसी, आसा ते न भावसी। रामा भगता चेती आले, अचिंत मन राखसी। कैसे मन तरंगा रे, संसार सागर विखै को बना। झूठी माया देख के ओला रे मना। रहाऊ छिपे कै कर जन्म दैला, गुर उपदेश पहला। संतां कै प्रसाद, नामा हर भेटुला। छिपे के घर जन्म दैला, गुर उपदेश पहला। संतां कै प्रसाद, नामा हर भेटुला। वाहिगुरु जी का खालसा, वाहिगुरु जी की फतेह। परम सन्मानयोग, जुगों जुग अटल, सरवरे कायनात दे मालक, भगत वत्सल जगत गुरु धन धन श्री गुरु ग्रंथ साहब महाराज जी दी पावन पवित्र पाक हजूरी विच सुभाईमान सतसंगी जनों, गुरु महाराज जी की अपार कृपा सदका भगतां दी बाणी नूं विचारन दा सुभाग समा प्राप्त होया है। भगतां दी लड़ीवार बाणी दी जो विचार चल रही है, अज विचार अधीन आसा राग दा श्रोमणी भगत भगत नामदेव जी दा ये पंजवां शब्द है, जिस राही भगत नामदेव जी मन नूं सवाल कर रहे हैं कि हे मना, तू इस संसार सागर नूं किवें पार करेगा। क्योंकि ये जिहड़ा संसार समुंदर है, इत्थे विकारां दा जल है, विकारां दा पानी है, इनूं किवें पार करेगा। आओ आपां भी अपने मनां नूं सवाल करिए, जिहड़ा सवाल भगत नामदेव जी ने कीता है।
ਔਰ ਯਤਨ ਕਰੀਏ ਇਸ ਸਵਾਲ ਦਾ ਹੱਲ ਲੱਭਣ ਦਾ। ਸੋ ਇਹ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ 486 ਅੰਕ ਦੇ ਉੱਤੇ ਸੁਭਾਇਮਾਨ ਹੈ। ਸੋ ਇਸ ਦੀ ਪਾਵਨ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਪੋ ਆਪਣੀਆਂ ਬਿਰਤੀਆਂ ਗੁਰੂ ਚਰਨਾਂ 'ਚ ਜੋੜੋ ਜੀ। ਸਤਿਗੁਰਾਂ ਨੂੰ ਝੁਕਾਓ ਸੀਸ, ਪ੍ਰੇਮ ਸਹਿਤ ਗੁਰੂ ਮੰਤਰ ਦੀ ਸਾਧਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਆਪਣੇ ਹਿਰਦੇ ਨਾਲ ਜੁੜਦੇ ਹਾਂ, ਉਸ ਵੇਲੇ ਮਨ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਨੂੰ ਮਨ ਕਰਦਾ ਹੈ। ਇਸ ਅੰਦਰਲੇ ਮਨ ਨੂੰ ਹੀ ਪੁੱਛ ਲਈਏ ਕਿ ਅਸੀਂ ਸੱਚੇ ਕਿਵੇਂ ਹੋਵਾਂਗੇ, ਸੰਸਾਰ ਸਮੁੰਦਰ ਕਿਵੇਂ ਤਰਾਂਗੇ, ਸਾਡੇ ਦੁੱਖ ਕਿਵੇਂ ਦੂਰ ਹੋਣਗੇ, ਸਾਨੂੰ ਸੁੱਖਾਂ ਦੀ ਪ੍ਰਾਪਤੀ ਕਿਵੇਂ ਹੋਵੇਗੀ। ਬਹੁਤ ਸਾਰੇ ਜਿਹੜੇ ਸਵਾਲ ਨੇ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਅਤੇ ਭਗਤਾਂ ਨੇ, ਗੁਰੂ ਮਹਾਰਾਜ ਜੀ ਨੇ ਮਨ ਨਾਲ ਹੀ ਕੀਤੇ ਨੇ। ਔਰ ਵੈਸੇ ਵੀ ਸਾਰੀ ਜਿਹੜੀ ਬਾਣੀ ਹੈ ਉਹ ਮਨ ਨੂੰ ਹੀ ਉਪਦੇਸ਼ ਹੈ, ਕਿਉਂਕਿ ਮਨ ਦਾ ਸਵਰਨਾ ਹੀ ਤਨ ਦਾ ਸਵਰਨਾ ਹੈ। ਤਨ ਦਾ ਸਵਰਨਾ ਮਨ ਦਾ ਸਵਰਨਾ ਨਹੀਂ ਹੈ। ਕੋਈ ਮਨੁੱਖ ਆਪਣੇ ਤਨ ਨੂੰ ਜਿਤਨਾ ਮਰਜ਼ੀ ਸਵਾਰ ਲਵੇ, ਪਰ ਜੇ ਉਹ ਆਪਣੇ ਮਨ ਨੂੰ ਨਹੀਂ ਸਵਾਰਦਾ ਤਾਂ ਉਹ ਸਵਰਿਆ ਹੋਇਆ ਨਹੀਂ, ਅਧੂਰਾ ਹੈ। ਉਸਦੇ ਜੀਵਨ 'ਚ ਆਨੰਦ ਨਹੀਂ। ਇਸ ਕਰਕੇ ਬਾਰ-ਬਾਰ ਬਾਣੀ ਨੇ ਮਨ ਦੇ ਨਾਲ ਗੱਲਾਂ ਕੀਤੀਆਂ, ਮਨ ਨੂੰ ਸੰਬੋਧਨ ਕੀਤਾ, ਮਨ ਨੂੰ ਆਵਾਜ਼ ਮਾਰੀ। ਜਿਵੇਂ ਸਤਿਗੁਰ ਕਹਿੰਦੇ ਨੇ ਜਪ ਮਨ ਸਤਨਾਮ, ਫਿਰ ਕਹਿੰਦੇ ਸਦਾ ਸਤਨਾਮ। ਕਿਉਂ ਆਵਾਜ਼ ਮਾਰੀ? ਕਿਉਂਕਿ ਮਨ ਸਤਨਾਮ ਨੂੰ ਨਹੀਂ ਸੀ ਜਪ ਰਿਹਾ, ਮਨ ਕਿਸੇ ਹੋਰ ਨੂੰ ਜਪ ਰਿਹਾ ਸੀ, ਮਨ ਕਿਸੇ ਹੋਰ ਪਾਸੇ ਤੁਰਿਆ ਹੋਇਆ ਸੀ। ਇਸ ਕਰਕੇ ਮਨ ਨੂੰ ਆਵਾਜ਼ ਮਾਰ ਕੇ ਕਿਹਾ ਕਿ ਆ ਮਨਾ ਸੱਚੇ ਨਾਮ ਨੂੰ ਜਪੀਏ। ਫਿਰ ਕਿਹਾ ਸਦਾ ਸਤਨਾਮ, ਇੱਕ ਦਿਨ ਵਾਸਤੇ ਨਹੀਂ, ਕੁਝ ਸਮਾਂ ਲਈ ਨਹੀਂ, ਸਦਾ ਵਾਸਤੇ ਸੱਚੇ ਨਾਮ ਨੂੰ ਜਪੀਏ, ਸੱਚੇ ਨਾਮ ਨਾਲ ਜੁੜੀਏ। ਕਿਉਂਕਿ ਕੁਝ ਸਮਾਂ ਲਈ ਜੁੜਾਂਗੇ ਤਾਂ ਗੱਲ ਬਣਨੀ ਨਹੀਂ। ਇਸ ਮਨ ਨੂੰ ਤਾਂ ਸਦੀਵ ਕਾਲ ਲਈ ਉਸ ਪ੍ਰਭੂ ਦੇ ਨਾਲ ਜੋੜਨਾ ਹੈ। ਇੱਥੇ ਹੀ ਬਸ ਨਹੀਂ, ਭਗਤਾਂ ਨੇ ਵੀ ਆਵਾਜ਼ ਮਾਰ ਕੇ ਇੱਕ ਗੱਲ ਆਖੀ ਕਿ ਹੇ ਮਨਾ ਤੂੰ ਰੱਬ ਨੂੰ ਕਿਉਂ ਨਹੀਂ ਚੇਤੇ ਕਰਦਾ, ਤੂੰ ਰੱਬ ਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ। ਕਿਉਂਕਿ ਜਿੰਨਾ ਚਿਰ ਸਾਡਾ ਮਨ ਰੱਬ ਦੀ ਸਿਫਤ ਸਲਾਹ ਨਹੀਂ ਕਰਦਾ, ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕਰਦਾ, ਉਹਨਾਂ ਚਿਰ ਸਾਡਾ ਜੀਵਨ ਸਵਰਦਾ ਨਹੀਂ। ਜਿਵੇਂ ਭਗਤ ਧੰਨਾ ਜੀ ਕਹਿੰਦੇ ਨੇ, ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ। ਹੇ ਮੇਰੇ ਮਨ, ਤੂੰ ਦਇਆ ਦੇ ਘਰ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ। ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਵਿਵੈ ਨਾ ਜਾਨਸ ਕੋਏ, ਜੇ ਧਾਵੈ ਖੰਡ ਬ੍ਰਹਿਮੰਡ ਕੋ ਕਰਤਾ ਕਰੇ ਸੋ ਹੋਏ। ਹੇ ਮਨਾ, ਜੇ ਤੂੰ ਦੌੜਦਾ ਰਿਹਾ ਖੰਡਾਂ ਬ੍ਰਹਿਮੰਡਾਂ ਵਿੱਚ, ਵੀ ਹੋਣਾ ਉਹ ਹੈ ਜੋ ਕਰਤੇ ਨੇ ਕਰਨਾ ਹੈ, ਤਾਂ ਤੂੰ ਕਰਤੇ ਨਾਲ ਕਿਉਂ ਨਹੀਂ ਜੁੜਦਾ। ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਕਿਉਂ ਨਹੀਂ ਬਣਾਉਂਦਾ। ਇਸ ਤਰ੍ਹਾਂ ਦੀ ਗੱਲ ਇੱਥੇ ਭਗਤ ਨਾਮਦੇਵ ਜੀ ਨੇ ਇਸ ਮਨ ਦੇ ਨਾਲ ਕੀਤੀ ਹੈ। ਕਿਤੇ ਮਨ ਨੂੰ ਕਿਹਾ ਜਾ ਰਿਹਾ ਤੂੰ ਰੱਬ ਨੂੰ ਚੇਤੇ ਕਰ, ਕਿਤੇ ਆਖਿਆ ਜਾ ਰਿਹਾ ਤੂੰ ਉਸ ਸਦਾ ਸੱਚੇ ਨਾਮ ਨਾਲ ਜੁੜ, ਕਿਤੇ ਕਿਸੇ ਹੋਰ ਸੰਬੋਧਨ ਕਰਕੇ ਬਾਣੀ ਦੇ ਵਿੱਚ ਮਨ ਨੂੰ ਸਮਝਾਇਆ ਗਿਆ। ਇੱਥੇ ਵੀ ਗੱਲ ਮਨ ਨਾਲ ਕਰ ਰਹੇ ਨੇ ਭਗਤ ਜੀ। ਕਹਿੰਦੇ ਕੈਸੇ ਮਨ ਤਰੇਂਗਾ ਰੇ, ਆਖਣ ਲੱਗੇ ਹੇ ਮੇਰੇ ਮਨ ਤੂੰ ਕਿਵੇਂ ਪਾਰ ਹੋਵੇਂਗਾ। ਹੁਣ ਮਨ ਕਹਿੰਦਾ ਹੈ
ਤੁਸੀਂ ਗੱਲ ਤਾਂ ਦੱਸੋ ਵੀ ਪਾਰ ਕਿੱਥੋਂ ਹੋਣਾ। ਤੁਸੀਂ ਮੈਨੂੰ ਪੁੱਛ ਤੇ ਲਿਆ ਵੀ ਕਿਵੇਂ ਤਰੇਂਗਾ, ਕਿਵੇਂ ਪਾਰ ਹੋਏਗਾ। ਤੇ ਭਗਤ ਜੀ ਨੇ ਆਖਿਆ ਕੈਸੇ ਮਨ ਤਰੇਂਗਾ ਰੇ। ਰੇ ਦਾ ਅਰਥ ਹੈ ਹੇ ਮਨ ਤੂੰ ਕਿਵੇਂ ਪਾਰ ਹੋਵੇਂਗਾ। ਸੰਸਾਰ ਸਾਗਰ ਵਿਖੇ ਕੋ ਬਨਾ। ਸੰਸਾਰ ਸਮੁੰਦਰ ਜਿਹੜਾ ਹੈ ਉਹ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਹੈ। ਇਸ ਸੰਸਾਰ ਸਮੁੰਦਰ ਨੂੰ ਹੇ ਮਨਾ ਤੂੰ ਕਿਵੇਂ ਪਾਰ ਕਰੇਂਗਾ। ਪਹਿਲੀ ਗੱਲ ਤਾਂ ਯਾਦ ਰੱਖਣਾ, ਜੀਵਨ ਦੇ ਵਿੱਚ ਸਾਡੇ ਅੰਦਰ ਇਹ ਵਿਚਾਰ ਚੱਲਦੀ ਨਹੀਂ ਕਿ ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਇਹ ਵਿਕਾਰਾਂ ਦੇ ਨਾਲ ਨਕੋ ਨਕ ਭਰਿਆ ਹੋਇਆ। ਜੇ ਅਸੀਂ ਗੱਲ ਕਰ ਵੀ ਲਈਏ ਤਾਂ ਮਨ ਛੇਤੀ ਕਰਕੇ ਮੰਨਣ ਵਾਸਤੇ ਤਿਆਰ ਨਹੀਂ ਹੈ। ਮਨ ਇਸ ਗੱਲ ਨੂੰ ਕਬੂਲ ਨਹੀਂ ਕਰਦਾ, ਜੋ ਕਿ ਬਾਣੀ ਨੇ ਵਾਰ-ਵਾਰ ਇਹ ਗੱਲ ਸਮਝਾਈ ਕਿ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਇਹ ਸੰਸਾਰ ਵਿਖਿਆ ਹੈ ਪਰ ਇਹ ਮਨ ਮੰਨਦਾ ਨਹੀਂ। ਪਰ ਇੱਥੇ ਭਗਤ ਨਾਮਦੇਵ ਜੀ ਮਨ ਨੂੰ ਸਮਝਾ ਰਹੇ ਨੇ, ਦੇਖ ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦਾ ਪਾਣੀ ਭਰਿਆ ਪਿਆ। ਇਸ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਵੇਂਗਾ। ਮੇਰੇ ਮਨ ਮੈਨੂੰ ਦੱਸ। ਹੁਣ ਜਦੋਂ ਇਹ ਗੱਲ ਆਪਣੇ ਮਨ ਦੇ ਨਾਲ ਕਰਾਂਗੇ, ਆਪਣੇ ਅੰਦਰ ਇਸ ਗੱਲ ਨੂੰ ਵਿਚਾਰਾਂਗੇ ਤੇ ਸਵਾਲ ਖੜਾ ਹੋਵੇਗਾ ਕਿ ਵਾਕਈ ਤਰਨ ਦਾ ਤਰੀਕਾ ਕੀ ਹੈ। ਜੇ ਦੁਨਿਆਵੀ ਤੌਰ ਤੋਂ ਵੇਖੀਏ, ਜਿਸ ਸਮੁੰਦਰ ਦੇ ਵਿੱਚ ਪਾਣੀ ਹੈ ਉਸ ਸਮੁੰਦਰ ਨੂੰ ਪਾਰ ਹੋਣਾ ਜੇ ਆਪਾਂ ਚਾਹੁੰਦੇ ਹਾਂ ਤਾਂ ਉਸ ਵਾਸਤੇ ਸਾਡੇ ਕੋਲ ਬੇੜੀ ਚਾਹੀਦੀ ਹੈ, ਫਿਰ ਸਾਡੇ ਕੋਲ ਮੱਲਾ ਚਾਹੀਦਾ ਹੈ, ਫਿਰ ਉਸ ਬੇੜੀ ਨੂੰ ਦੇ ਵਿੱਚ ਬੈਠਣ ਹੋਣ ਵਾਲਾ ਸਵਾਰ ਚਾਹੀਦਾ ਜਿਹੜਾ ਉਸ ਦੇ ਵਿੱਚ ਬੈਠਣਾ ਚਾਹੁੰਦਾ, ਜਿਹੜਾ ਪਾਰ ਹੋਣਾ ਚਾਹੁੰਦਾ। ਦੇਖੋ ਨਾ, ਜੇ ਬੇੜੀ ਵੀ ਹੋਵੇ, ਮੱਲਾ ਵੀ ਹੋਵੇ ਤੇ ਕੁਛ ਦੇ ਵਿੱਚ ਸਵਾਰ ਹੋਣ ਵਾਲਾ ਹੀ ਨਾ ਹੋਵੇ, ਪਾਰ ਕਿਵੇਂ ਹੋ ਸਕਦੇ ਆ। ਜੇ ਮੱਲਾ ਵੀ ਹੈ, ਬੇੜੀ ਵੀ ਹੈ, ਪਰ ਅਸਵਾਰ ਹੋਣ ਵਾਲਾ ਕੋਈ ਨਹੀਂ ਤਾਂ ਵੀ ਪਾਰ ਨਹੀਂ ਹੋਇਆ ਜਾ ਸਕਦਾ। ਕਿਉਂਕਿ ਸਾਡੇ ਕੋਲ ਗੁਰੂ ਰੂਪੀ ਮੱਲਾ ਵੀ ਹੈ ਔਰ ਸੰਗਤ ਰੂਪੀ ਬੇੜੀ ਵੀ ਹੈ ਜਿਹਦੇ ਵਿੱਚ ਸਵਾਰ ਹੋ ਕੇ ਅਸੀਂ ਪਾਰ ਹੋਣਾ ਹੈ। ਪਰ ਮੇਰੇ ਵਰਗਾ ਸਿੱਖ ਕਵੇ ਮੈਂ ਤਾਂ ਇੱਥੇ ਬਹਿਣਾ ਨਹੀਂ, ਤੁਸੀਂ ਮੈਨੂੰ ਬਿਨਾਂ ਬਿਠਾਏ ਪਾਰ ਕਰ ਦਿਓ, ਮੈਂ ਸੰਗਤ ਨਹੀਂ ਕਰਨਾ ਚਾਹੁੰਦਾ, ਮੈਂ ਗੁਰਦੁਆਰੇ ਨਹੀਂ ਆਉਣਾ ਚਾਹੁੰਦਾ, ਇਹ ਫਾਲਤੂ ਦੀਆਂ ਗੱਲਾਂ ਨੇ। ਅਜੋਕੇ ਕਿਤਨੇ ਸਿੱਖ ਨੇ ਜਿਹੜੇ ਗੱਲ ਕਹਿੰਦੇ ਨੇ ਸੰਗਤ ਵਿੱਚ ਜਾਣ ਦਾ ਕੀ ਲਾਭ ਹੈ, ਉੱਥੇ ਬੈਠਣ ਦਾ ਕੀ ਲਾਭ ਹੈ, ਸਮਾਂ ਹੀ ਬਰਬਾਦ ਕਰਨਾ ਹੈ। ਤਾਂ ਮਾਫ਼ ਕਰਨਾ, ਇਸ ਦਾ ਅਰਥ ਹੈ ਕਿ ਸਿੱਖ ਜਿਹੜਾ ਹੈ ਇਸ ਬੇੜੀ ਦੇ ਵਿੱਚ ਬਹਿਣਾ ਹੀ ਨਹੀਂ ਚਾਹੁੰਦਾ, ਅਸਵਾਰ ਹੀ ਨਹੀਂ ਹੋਣਾ ਚਾਹ ਰਿਹਾ। ਅਤੇ ਜਿੰਨਾ ਚਿਰ ਸਤਸੰਗਤ ਰੂਪੀ ਬੇੜੀ ਵਿੱਚ ਨਹੀਂ ਬੈਠਾਂਗੇ, ਜਿੰਨਾ ਚਿਰ ਗੁਰੂ ਮੱਲਾ ਦੇ ਇਹ ਸਾਰੇ ਮੁਤਾਬਿਕ ਉਸ ਬੇੜੀ ਵਿੱਚ ਬੈਠ ਕੇ ਨਹੀਂ ਚਲਾਂਗੇ, ਉਹਨਾਂ ਚਿਰ ਖੇਡ ਬਣਨ ਵਾਲੀ ਨਹੀਂ ਹੈ। ਔਰ ਜਦੋਂ ਆਪਣੇ ਜੀਵਨ ਕਿਰਦਾਰ ਨੂੰ ਤੱਕੀਏ, ਇਸ ਸਰੀਰ ਰੂਪੀ ਬੇੜੀ ਵੱਲ ਤੱਕੀਏ, ਤਾਂ ਕਬੀਰ ਸਾਹਿਬ ਕਹਿੰਦੇ ਕਬੀਰ ਬੇੜਾ ਜਰਜਰਾ ਫੂਟੇ 6000। ਦੇਖੋ ਇਹ ਬੇੜਾ ਜਰਜਰਾ ਹੈ, ਇਹ ਬੇੜਾ ਕਮਜ਼ੋਰ ਹੈ, ਹਜ਼ਾਰਾਂ ਹੀ ਕਮੀਆਂ ਦੇ, ਖਾਮੀਆਂ ਦੇ, ਔਗੁਣਾਂ ਦੇ ਛਿੱਦਰ ਇਹਦੇ ਵਿੱਚੋਂ ਫੁੱਟੇ ਹੋਏ ਹਨ। ਕਿਤਨੇ ਛਿੱਦਰ ਖੁੱਲ੍ਹੇ ਨੇ ਸਾਡੀ ਬੇੜੀ 'ਚ, ਬੇਅੰਤੀ ਛਿੱਦਰ ਨੇ ਕਬੀਰ ਬੇੜਾ ਜਰਜਰਾ ਫੂਟੇ 6000। ਹਰਵੇ ਹਰਵੇ ਤਰਗੇ ਬੂਢੇ ਜਿਨ ਸਿਰ ਪਾਰ। ਜਿਹੜੇ ਹੋਲੇ ਸਨ ਉਹ ਤਰਗੇ, ਜਿਨ੍ਹਾਂ ਨੇ ਭਾਰ ਲੱਦਿਆ ਸੀ ਉਹ ਪਾਰ ਹੀ ਨਹੀਂ ਹੋਏ। ਔਰ ਇਹ ਚੰਗੀ ਤਰ੍ਹਾਂ ਸਾਨੂੰ ਇਹ ਸਮਝਣਾ ਪਏਗਾ ਗੁਰਬਾਣੀ ਦੇ ਮੁਤਾਬਿਕ ਕਿ ਇਹ ਸੰਸਾਰ ਸਮੁੰਦਰ ਹੈ ਕੀ। ਔਰ ਤੁਸੀਂ ਵੇਖੋ, ਹਰ ਰੋਜ਼ ਜਦੋਂ ਸਿੱਖ ਬਾਣੀ ਪੜ੍ਹਦਾ ਹੈ, ਬਾਣੀ ਨਾਲ ਜੁੜਦਾ ਹੈ, ਤਾਂ ਗੁਰਦੇਵ ਪਿਤਾ ਕਿਰਪਾ ਕਰਦੇ ਨੇ, ਰੋਜ਼ ਹੀ ਸਮਝਾ ਦਿੰਦੇ ਨੇ ਵੀ ਜਿਸ ਸੰਸਾਰ ਸਮੁੰਦਰ ਦੀ ਗੱਲ ਭਗਤ ਨਾਮਦੇਵ ਜੀ ਕਰ ਰਹੇ ਨੇ, ਉਸ ਸੰਸਾਰ ਸਮੁੰਦਰ ਬਾਰੇ ਗੁਰੂ ਨਾਨਕ ਪਾਤਸ਼ਾਹ ਵੀ ਸਾਨੂੰ ਅਗਾਹ ਕਰਾਉਂਦੇ ਨੇ। ਮਰ ਕਹਿੰਦੇ ਤਿਤ ਸਰਵਰ ਡੈ ਪਹਿਲੇ ਨਿਵਾਸਾ ਪਾਣੀ ਪਾਵਕ
ਤਿਨਹਿ ਕੀਆ। ਉੱਥੇ ਪਾਣੀ ਦੀ ਥਾਂ ਤ੍ਰਿਸ਼ਨਾ ਦੀ ਅੱਗ ਰੂਪੀ ਪਾਣੀ ਹੈ, ਉਹ ਵਾਲਾ ਪਾਣੀ ਨਹੀਂ ਹੈ। ਪਾਣੀ ਪਾਵਕ ਤਿਨੈ ਕੀਆ, ਨਾਲ ਕਹਿ ਦਿੱਤਾ ਪੰਕਜ ਮੋਹ ਪਗ ਨਹੀਂ ਚਾਲੈ। ਮੋਹ ਦਾ ਚਿੱਕੜ ਵੀ ਬੜਾ ਹੈ, ਘੁੰਮਣ ਖੇੜੀ ਬੜੀ ਹੈ ਸੰਸਾਰ ਸਮੁੰਦਰ 'ਚ। ਮੋਹ ਹਰ ਵੇਲੇ ਆਪਣੇ ਵੱਲ ਖਿੱਚਦਾ ਹੈ। ਪਰਿਵਾਰ ਦਾ ਮੋਹ, ਪਦਾਰਥਾਂ ਦਾ ਮੋਹ, ਸੰਸਾਰ ਦੇ ਰੂਪ ਰੰਗ ਦਾ ਮੋਹ, ਕਾਮਨਾਵਾਂ ਦਾ ਮੋਹ ਮਨੁੱਖ ਨੂੰ ਆਪਣੇ ਵੱਲ ਖਿੱਚੀ ਜਾਂਦਾ ਹੈ। ਅਸੀਂ ਵਧਣਾ ਚਾਹੁੰਦੇ ਹਾਂ ਅੱਗੇ, ਪਰ ਸੱਚ ਇਹ ਹੈ ਕਿ ਇਹ ਘੁੰਮਣ ਘੇਰੀ ਇੱਦਾਂ ਦੀ ਬਣੀ ਹੋਈ ਹੈ, ਮਨੁੱਖ ਬਾਰ ਨਿਕਲਣ ਤੋਂ ਬਾਅਦ ਫਿਰ ਇਸ ਦੇ ਵਿੱਚ ਹੀ ਆ ਕੇ ਫਸ ਜਾਂਦਾ ਹੈ। ਪੰਕਜ ਮੋਹ ਪਗ ਨਹੀਂ ਚਾਲੈ। ਮੈਂ ਕਹਿੰਦੇ ਹਮ ਦੇਖਾ ਤੈਂ ਡੂਬੀਏ ਲੈ। ਸਰ ਕਹਿੰਦੇ ਅਸੀਂ ਦੇਖਿਆ ਸੰਸਾਰ ਡੁੱਬ ਰਿਹਾ। ਹੁਣ ਡੁੱਬਣ ਦੇ ਕਾਰਨ ਕੀ ਨੇ? ਪਹਿਲੀ ਗੱਲ ਤਾਂ ਇਹ ਗੱਲ ਸਮਝ ਲਈਏ ਕਿ ਸਾਡੀ ਜਿਹੜੀ ਇਹ ਬੇੜੀ ਹੈ ਨਾ, ਇਹ ਕਮਜ਼ੋਰ ਹੈ। ਆਪਾਂ ਗੁਰੂ ਦੀ ਬੇੜੀ ਤਾਂ ਬਹਿੰਦੇ ਹੀ ਨਹੀਂ। ਜੇ ਆਪਣੀ ਬੇੜੀ ਦੀ ਵੀ ਗੱਲ ਕਰੀਏ, ਆਪਣੇ ਹਿਰਦੇ ਵਿੱਚ ਵੀ ਅਸੀਂ ਕਿੱਥੇ ਬਹਿੰਦੇ ਹਾਂ। ਨਾਲੇ ਇਹ ਬੇੜਾ ਜਰਜਰਾ ਹੈ। ਕਬੀਰ ਬੇੜਾ ਜਰਜਰਾ ਫੂਟੇ 6000, ਹਰਵੇ ਤਰ ਗਏ ਬੂਢੇ ਜਿਨ ਸਿਰ ਭਾਰ। ਦੂਜੀ ਗੱਲ, ਇਹ ਬੇੜੀ ਪਾਰ ਹੋ ਸਕਦੀ ਸੀ ਜੇਕਰ ਇਸ ਸੰਸਾਰ ਸਮੁੰਦਰ ਦੇ ਵਿੱਚ ਤੂਫਾਨ ਨਾ ਆਇਆ ਹੁੰਦਾ। ਪਰ ਗੁਰਬਾਣੀ ਤਾਂ ਕਹਿ ਰਹੀ ਹੈ ਕਿ ਲੋਭ ਲਹਿਰ ਅਤ ਨੀਝਰ ਵਾਜੈ, ਕਾਇਆ ਡੁੱਬੈ ਕੇਸਵਾ। ਹੁਣ ਇਹ ਕਾਇਆ ਤਾਂ ਰੋਜ਼ ਡੁੱਬ ਰਹੀ ਹੈ। ਤੀਜੀ ਗੱਲ, ਦੋ ਗੱਲਾਂ ਹੋ ਗਈਆਂ। ਇੱਕ, ਸਾਡੀ ਬੇੜੀ ਕਮਜ਼ੋਰ ਹੈ, ਹਜ਼ਾਰਾਂ ਛਿੱਦਰ ਇਹਦੇ ਵਿੱਚ ਖੁੱਲ੍ਹੇ ਹੋਏ ਨੇ। ਦੂਜੀ ਗੱਲ, ਸੰਸਾਰ ਸਮੁੰਦਰ ਦੇ ਵਿੱਚ ਲੋਭ ਦੀਆਂ ਲਹਿਰਾਂ ਦਾ ਤੂਫਾਨ ਆਇਆ ਹੋਇਆ ਹੈ। ਤੀਜੀ ਗੱਲ, ਮਨ ਰੂਪੀ ਮੱਲਾ ਜਿਹੜਾ ਉਹ ਕਮਜ਼ੋਰ ਹੈ। ਇਹ ਗੱਲ ਯਾਦ ਰੱਖਣਾ, ਬੇੜੀ ਕਮਜ਼ੋਰ ਹੋਵੇ, ਤੂਫਾਨ ਵੀ ਆਇਆ ਹੋਵੇ, ਜੇ ਮੱਲਾ ਸਿਆਣਾ ਹੋਵੇ ਨਾ, ਤੇ ਕਈ ਵਾਰੀ ਉਹ ਬੇੜੀ ਨੂੰ ਡੋਬਣ ਤੋਂ ਬਚਾ ਦਿੰਦਾ। ਪਰ ਸਾਡਾ ਮਨ ਰੂਪੀ ਮੱਲਾ ਤਾਂ ਰੋਜ਼ ਹੀ ਸਾਨੂੰ ਡੋਬ ਰਿਹਾ। ਗੁਰੂ ਮਹਾਰਾਜ ਰੋਜ਼ ਇਸ ਨੂੰ ਸਮਝਾਉਂਦੇ ਨੇ, ਪਰ ਇਹ ਸਮਝ ਕੇ ਗੁਰੂ ਕੀ ਗੱਲ ਨੂੰ ਆਪਣੇ ਹਿਰਦੇ 'ਚ ਵਸਾਉਣ ਵਾਸਤੇ ਤਿਆਰ ਨਹੀਂ। ਇਸ ਨੂੰ ਤਰੀਕਾ ਦੱਸਦੇ ਨੇ, ਇਹਨੂੰ ਜੁਗਤ ਦੱਸਦੇ ਨੇ। ਇਹ ਗੱਲ ਯਾਦ ਰੱਖਣਾ, ਬੇੜੀ ਨੂੰ ਸਮਝਾਉਣ ਦੀ ਲੋੜ ਨਹੀਂ, ਸਮੁੰਦਰ ਨੂੰ ਸਮਝਾਉਣ ਦੀ ਲੋੜ ਨਹੀਂ। ਸਮਝਾਉਣ ਦੀ ਲੋੜ ਹੈ ਮੱਲਾ ਨੂੰ, ਜਿਹੜਾ ਮਨ ਰੂਪੀ ਮੱਲਾ ਹੈ, ਅਤੇ ਇਹ ਸਮਝਣ ਨੂੰ ਤਿਆਰ ਨਹੀਂ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਹੇ ਮਨ ਤੂੰ ਦੱਸ ਕਿਵੇਂ ਪਾਰ ਹੋਏਗਾ। ਮਨ ਕਹਿੰਦਾ ਮੈਂ ਪਾਰ ਹੋ ਜਾਵਾਂਗਾ, ਮੈਂ ਬੜਾ ਸਿਆਣਾ ਹਾਂ, ਮੇਰੇ ਕੋਲ ਬੜੀਆਂ ਚਲਾਕੀਆਂ ਨੇ, ਬੜੀਆਂ ਸਿਆਣਪਾਂ ਨੇ। ਗੁਰਬਾਣੀ ਕਹਿੰਦੀ ਹੈ ਤੂੰ ਸਿਆਣਪਾ ਜਿਹੜੀ ਕਰਦਾ ਉਹ ਸੰਸਾਰ ਨਾਲ ਕਰ ਸਕਦਾ, ਪਰ ਨਿਰੰਕਾਰ ਦੇ ਘਰ ਵਿੱਚ, ਨਿਰੰਕਾਰ ਨੇ ਜਿਹੜਾ ਇਹ ਸੰਸਾਰ ਸਮੁੰਦਰ ਬਣਾਇਆ, ਇਸ ਦੇ ਵਿੱਚ ਪਾਰ ਹੋਣ ਵਾਸਤੇ ਤੇਰੀ ਇਹ ਸੰਸਾਰੀ ਸਿਆਣਪਾ ਕੰਮ ਨਹੀਂ ਆਉਂਦੀਆਂ। ਤੁਸੀਂ ਰੋਜ਼ ਪੜ੍ਹ ਕੇ ਜਾਂਦੇ ਬਚਨ, ਇਹ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਇੱਕ ਨਹੀਂ, ਸੈਂਕੜੇ ਸਿਆਣਪਾ ਬੰਦੇ ਕੋਲ ਹੋਣ, ਪਰ ਸੱਚ ਜਾਣਨਾ ਸੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਇੱਕ ਵੀ ਸਿਆਣਪ ਸਾਡਾ ਸਾਥ ਨਹੀਂ ਦਿੰਦੀ। ਅਸੀਂ ਆਪਣੇ ਆਪ ਨੂੰ ਸਿਆਣਾ ਸਮਝਦੇ ਹਾਂ, ਆਪਣੇ ਆਪ ਨੂੰ ਗਿਆਨੀ ਸਮਝਦੇ ਹਾਂ, ਸਾਨੂੰ ਬੜਾ ਗਿਆਨ ਹੋ ਗਿਆ, ਸਮਝ ਆ ਗਈ ਹੈ। ਪਰ ਸੱਚ ਇਹ ਹੈ, ਸਭ ਕੁਝ ਕਰਨ ਤੋਂ ਬਾਅਦ, ਸਮਝਣ ਤੋਂ ਬਾਅਦ ਵੀ, ਪਰ ਸੱਚ ਇਹ ਹੈ ਕਿ ਸਾਡੀ ਸੰਸਾਰ ਵਾਲੀ ਸਿਆਣਪਾਂ ਰੂਹਾਨੀ ਮਾਰਗ ਦੇ ਚੱਲਣ ਵਾਸਤੇ ਇਹ ਸਾਥੀ ਨਹੀਂ ਬਣਦੀਆਂ, ਸਾਥ ਨਹੀਂ ਦੇਣੀਆਂ। ਸੰਸਾਰ ਦੇ ਲੋਕਾਂ ਨੂੰ ਅਸੀਂ ਮੂਰਖ ਬਣਾ ਸਕਦੇ ਹਾਂ, ਸੰਸਾਰ ਦੇ ਲੋਕਾਂ ਨੂੰ ਧੋਖਾ ਦੇ ਸਕਦੇ ਹਾਂ, ਕਿਸੇ ਨਾਲ ਠੱਗੀ ਕਰ ਸਕਦੇ ਹਾਂ। ਇਹ ਸੱਚ ਅਸੀਂ ਕਰਦੇ ਹਾਂ। ਪਰ ਕੀ ਅਸੀਂ ਆਪਣੇ ਜੀਵਨ ਦੇ ਨਾਲ ਜੋ ਕੁਝ ਕਰ ਰਹੇ ਹਾਂ ਕਿ ਇਹ ਕਾਬਲੇ ਤਾਰੀਫ ਜਾਂ ਕਾਬਲੇ ਕਬੂਲ ਹੈ? ਜਾਂ ਤੁਸੀਂ ਵੇਖੋ ਕਿ ਜਿਹੜੀ ਠੱਗੀ ਠੋਰੀਆਂ ਸਿਆਣਪਾਂ ਅਸੀਂ ਕਰ ਰਹੇ ਹਾਂ, ਕਿ ਰੱਬ ਦੇ ਘਰ ਵਿੱਚ ਵੀ ਇਹ ਚੱਲ ਜਾਂਦੀਆਂ ਨੇ। ਮਹਾਰਾਜ ਕਹਿੰਦੇ ਨੇ, ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਆ, ਕਿਤੇ ਵੀ ਕੰਮ ਨਹੀਂ ਆਉਣੀ। ਹੁਣ ਜਦੋਂ ਇਹ ਵਾਰ-ਵਾਰ ਗੱਲ ਮਨ ਦੇ ਸਾਹਮਣੇ ਆਈ ਵੀ ਤੇਰੀ ਸਿਆਣਪਾ ਵੀ ਕੰਮ ਨਹੀਂ ਆਉਣੀਆਂ, ਤੂੰ ਅਗਵਾਈ ਕਰਨੀ ਹੈ ਮੱਲਾ ਬਣ ਕੇ,
तेरी बेड़ी भी कमज़ोर है और संसार समुंदर विच लोभ दीयां लहरां अतदियां उठियां होईयां ने, तू हुण दस किवें पार होएगा। अपने मन नूं पुछिए तो सही। जो भगत नामदेव जी पुछ रहे ने, कैसे मन तरैंगा रे संसार सागर विखै को बना। विखै दा अर्थ है विकार, बना दा अर्थ है इत्थे जल, जल दा अर्थ पानी। क्योंकि विकारां रूपी पानी दे नाल ये संसार समुंदर नको नक भरिया होया है। हुण दस मना, इस संसार समुंदर विच विकारां दा पानी भरिया, इस विच किवें पार होएगा। पाओ विकारां तो किवें पार होएगा। मैं बेनती करा, इस संसार समुंदर चों पार होने की जे गल बार बार बाणी विच आई तो अर्थ यही है कि असी विकारां तो किवें बचना है, असी बुराइयां तो किवें बचना है, ओगुना तो किवें अपना पिछा छुड़ाना है। सारी गल गुरबाणी विच ये चल रही है, इत्थे कोई होर गल नहीं है। एक तुसीं वचन बड़ा प्यारा पढ़ते हो, गुरु रामदास महाराज कहते ने, जह हर सिमरन भया तैं उपाद गद कीनी, बड़ भागी हर जपना, जन नानक को गुर एह मत दीनी, जप हर भवजल तरना। महाराज कहते गुरु ने मैनू ये मत दे दी कि तू हरि नू जप, इस भवसागर नू तर जाएगा। जप हर भवजल तरना, ਇਹਦਾ अर्थ है कि रब की याद, रब की सिफत सलाह, गुरु साहब जी की दिती हुई बाणी जिस दे नाल जुड़ जावांगे तो इन्हां विकारां तो असीं बच सकते हाँ। होर कोई तरीका नहीं बचन का। मैं एक बेनती करा, कभी अपने जीवन नूं ध्यान नाल पढ़ो तो गुरबाणी कहती है, सिखा तेरा पार होना बहुत औखा है। संसार समुंदर तो तरेंगा किवें, क्योंकि तू तो इतना कुछ नाल बनी फिरदा है। महाराज ने एक बड़ा प्यारा वचन किया, आखन लगे, कहते विकार पाथर गले बांधे हो। विकार दे पत्थर तो गले नूं बन्ने हुए ने। निंद पोट सराए, निंदा दी पण सिर ते रखी हुई है। महाराज कहते ने, देख तो सही कभी अपने जीवन वल परचोल करके। एक तो विकार दे पत्थर, पुरातन समा सी कि जदों किसी बंदे नूं जदों मर जांदा सी ना, तो डुबाना हुंदा सी, पानी च डोबना हुंदा सी, तो उहदे गले 'च पत्थर पा दिते जांदे सन। क्योंकि जिंदा मनुख डुबदा है, मरिया मनुख तरदा है। मरिया मनुख पानी च नहीं डुबदा, तो जिंदा मनुख पानी च तरना बड़ा औखा है, वो डुबदा ही डुबदा है। मरिया होया पशु पानी च डुब जाता है, जिंदा पशु पानी च तरदा है। कभी विचार करके वेखना, मनुख जे मर जाए, जे पानी विच उसनूं जल समाधि देनी होवे, उन्होंने डोबना होवे, तो उसनूं इदां डुबाया नहीं जा सकता। गले विच पत्थर बने जाते सन ताकि ये पानी च थल्ले ही टिक जाए। टिकदा नहीं सी, बाहर आ जाती सी बॉडी पानी चों। महाराज कहते एक गल विचार करके वेख, तू है जिउंदा, जिउंदे नूं ते वैसे ही तरना औखा है। जिउंदा मनुख डुबदा है, पानी अपने विच डुबाउंदा नूं खिंचदा अपने वल, ते तू जिउंदा है ते नाल विकार दे पत्थर बने ने कि किवें तरेंगा। संसार दे अंदर आके तू कीता कि विकार पाथर गले बांधियो, विकार दे पत्थर जिउंदे ही तू गले विच बन ले। अजे तो तू मरिया नहीं ना, जिउंदे विकार दे पत्थर गले नूं बन्ने हुए ने। निंद पोड़ सराए दे नाले निंदा दी पण सिर ते रखी हुई। इतना वजन लैके कि तू पार हो जाएगा संसार नूं। ते मार कहंदे संसार समुंदर पार लंघना, संसार समुंदर जिहड़ा संसार रूपी समुंदर है ना, ये पार होना बड़ा औखा है। पार ना परना जाए, तेरा पार होना औखा है, क्योंकि तू विकार दे पत्थर गले नूं बंदे ने और निंदा दी पण सिर ते रखी हुई है। इतना भार तू अपने जीवन च रख के कि तू चाहुंदा है कि इस वासनावां तो मैं पार हो जावां,
ਇਸ ਸੰਸਾਰ ਸਮੁੰਦਰ ਨੂੰ ਤਰ ਜਾਵਾਂ, ਜਿਨ੍ਹਾਂ ਦੀ ਗੱਲ ਗੁਰਬਾਣੀ ਅੱਜ ਦੇ ਸ਼ਬਦ ਵਿੱਚ ਕਰ ਰਹੀ ਹੈ। ਸਾਧੂ ਕਹਿੰਦੇ ਨੇ ਇਹ ਤਾਂ ਸੰਸਾਰ ਸਮੁੰਦਰ ਜਿਹੜਾ ਉਹ ਲੰਘਣਾ ਔਖਾ ਹੈ, ਤੇਰਾ ਪਾਰ ਹੋਣਾ ਔਖਾ ਹੈ, ਕਿਉਂਕਿ ਤੂੰ ਇਕੱਲਾ ਹੁੰਦਾ ਤਾਂ ਤਰ ਜਾਂਦਾ। ਇਹਦਾ ਅਰਥ ਹੈ ਸਾਡਾ ਮਨ ਇਹ ਤਰ ਸਕਦਾ ਹੈ ਜੇ ਇਹ ਸਾਰੀਆਂ ਵਾਸਨਾਵਾਂ ਛੱਡ ਦੇਵੇ, ਵਿਕਾਰ ਰੂਪੀ ਪੱਥਰਾਂ ਨੂੰ ਤਿਆਗ ਦੇਵੇ, ਨਿੰਦਾ ਨੂੰ ਛੱਡ ਦੇਵੇ। ਛੱਡਣ ਨੂੰ ਤਿਆਰ ਨਹੀਂ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਨੇ ਤੂੰ ਕਿਵੇਂ ਤਰੇਂਗਾ। ਫਿਰ ਅੱਗੇ ਬਚਨ ਕੀਤੇ, ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ। ਇਹ ਨਾਸਵੰਤ ਮਾਇਆ ਨੂੰ ਵੇਖ ਕੇ ਤੂੰ ਪਰਮਾਤਮਾ ਵੱਲੋਂ ਖੁੰਝ ਗਿਆ, ਰੱਬ ਨਾਲੋਂ ਟੁੱਟ ਗਿਆ, ਤੂੰ ਰੱਬ ਨੂੰ ਭੁੱਲ ਹੀ ਗਿਆ। ਹੇ ਮਨਾ, ਤੂੰ ਰੱਬ ਨੂੰ ਚੇਤੇ ਹੀ ਨਹੀਂ ਕਰਦਾ। ਸਤਿਗੁਰੂ ਜੀ ਨੇ ਜੈਸੀ ਕੀ ਵਾਰ ਦੇ ਵਿੱਚ ਬਚਨ ਬੜੇ ਪਿਆਰੇ ਕੀਤੇ। ਮਾਰ ਕਹਿੰਦੇ ਨੇ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਨੈ, ਵਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਨੈ, ਕੋਤਕ ਕੋੜ ਤਮਾਸਿਆ ਚਿਤ ਨਾ ਆਵਸ ਨਾਉ। ਮਾਰ ਕਹਿੰਦੇ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਪੌੜੀ ਵਿੱਚ ਜਿਹੜੇ ਬਚਨ ਨੇ ਉਹ ਬੜੇ ਕਮਾਲ ਦੇ ਨੇ। ਮਾਰ ਕਹਿੰਦੇ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਜਿਹੜੀ ਗੱਲ ਇੱਥੇ ਭਗਤ ਨਾਮਦੇਵ ਜੀ ਕਰ ਰਹੇ ਨਾ, ਝੂਠੀ ਮਾਇਆ ਦੇਖ ਕੇ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ, ਤੂੰ ਸੱਚ ਸਮਝੀ ਬੈਠਾ। ਇਹ ਸਾਰੀਆਂ ਚੀਜ਼ਾਂ ਤਾਂ ਨਾਸਵੰਤ ਨੇ, ਸਾਰੀਆਂ ਚੀਜ਼ਾਂ ਮਿੰਸਨਹਾਰ ਨੇ। ਤੂੰ ਝੂਠੀ ਮਾਇਆ ਨੂੰ ਵੇਖ ਕੇ ਭੁੱਲਾ ਰੇ ਮਨਾ। ਇਹ ਮਨ ਰੱਬ ਜੀ ਨੂੰ ਭੁੱਲ ਗਏ। ਰੱਬ ਨੂੰ ਜਦੋਂ ਵੀ ਅਸੀਂ ਭੁੱਲੇ ਆ ਨਾ ਤੇ ਮਾਇਆ ਦੇ ਮਗਰ ਲੱਗ ਕੇ ਭੁੱਲੇ ਆ। ਮਾਇਆ ਦਾ ਪਿੱਛਾ ਕੀਤਾ ਤਾਂ ਰੱਬ ਚੇਤੇ ਨਹੀਂ ਰਿਹਾ। ਤੇ ਇੱਕ ਗੱਲ ਯਾਦ ਰੱਖਣਾ, ਜੇ ਮਾਇਆ ਦੇ ਮਗਰ ਲੱਗ ਕੇ ਸਾਨੂੰ ਰੱਬ ਜੀ ਵਿਸਰ ਗਏ ਤਾਂ ਫਿਰ ਸਾਡੀ ਜੋ ਹਾਲਤ ਹੋਣੀ ਹੈ ਗੁਰਬਾਣੀ ਵਿੱਚ ਸਤਿਗੁਰੂ ਨੇ ਲਿਖੀ ਹੈ। ਮਾਰ ਕਹਿੰਦੇ ਹਰ ਵਿਸਰਤ ਸਦਾ ਖੁਆਰੀ। ਜੇ ਰੱਬ ਜੀ ਭੁੱਲ ਗਏ ਨਾ, ਤੇਰੀ ਖੁਆਰੀ ਹੋਵੇਗੀ, ਤੈਨੂੰ ਖੁਆਰੀ ਤੋਂ ਕੋਈ ਨਹੀਂ ਬਚਾ ਸਕਦਾ। ਅੱਜ ਸਾਡੀ ਖੁਆਰੀ ਹੋ ਰਹੀ ਹੈ, ਅੱਜ ਸਾਡੀ ਬੇਪੱਤੀ ਹੋ ਰਹੀ ਹੈ, ਅੱਜ ਸਾਡੀ ਜਿੱਤ ਤਾਰ ਤਾਰ ਹੋ ਰਹੀ ਹੈ। ਅਸੀਂ ਸੰਸਾਰ ਤੋਂ ਇੱਜ਼ਤ ਭਾਲਦੇ ਹਾਂ, ਪਰਿਵਾਰ ਤੋਂ ਇੱਜ਼ਤ ਭਾਲਦੇ ਹਾਂ, ਪਰ ਉਹ ਇੱਜ਼ਤ ਜੋ ਅਸੀਂ ਚਾਹੁੰਦੇ ਹਾਂ ਉਹ ਮਿਲ ਨਹੀਂ ਪਾ ਰਹੀ। ਕਿਉਂ? ਕਿਉਂਕਿ ਰੱਬ ਜੀ ਭੁੱਲ ਗਏ। ਜਿਨ੍ਹਾਂ ਨੂੰ ਰੱਬ ਚੇਤੇ ਨਹੀਂ ਰਹਿੰਦਾ, ਪਰਮਾਤਮਾ ਚੇਤੇ ਨਹੀਂ ਰਹਿੰਦਾ, ਉਹ ਸੰਸਾਰ ਦੇ ਵਿੱਚ ਆ ਕੇ ਉਹ ਦੁਖੀ ਹੀ ਰਹਿੰਦੇ ਹਨ। ਅਤੇ ਭੁਲਾਇਆ ਕਿਹਨਾਂ ਨੇ? ਨਾਸਵੰਦ ਪਦਾਰਥਾਂ ਨੇ ਰੱਬ ਜੀ ਨੂੰ ਭੁਲਾ ਦਿੱਤਾ। ਕਿਉਂਕਿ ਮਨੁੱਖ ਦੀ ਇੱਕ ਬਿਰਤੀ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਜੋ ਕੁਝ ਮਿਲਿਆ ਨਾ ਉਹ ਸਾਨੂੰ ਬੜਾ ਪਿਆਰਾ ਲੱਗਦਾ ਹੈ, ਭਾਵੇਂ ਉਹ ਬੱਚੇ ਨੇ, ਪਰਿਵਾਰ, ਧਨ, ਘਰ, ਕਾਰ, ਜੋ ਵੀ ਕੁਝ ਸਾਡੇ ਕੋਲ ਹੈ, ਵਿਦਿਆ, ਜਿਹੜੀਆਂ ਚੀਜ਼ਾਂ ਸਾਡੇ ਕੋਲ ਨੇ, ਜਿਹੜੀਆਂ ਵੀ ਦਾਤਾਂ ਰੱਬ ਨੇ ਸਾਨੂੰ ਦਿੱਤੀਆਂ, ਜ਼ਮੀਨ ਜਾਇਦਾਦ, ਜੋ ਵੀ ਕੁਛ ਹੈ, ਉਸ ਦੇ ਨੂੰ ਦੇਖ ਕੇ ਨਾ ਸਾਨੂੰ ਰੱਬ ਚੇਤੇ ਨਹੀਂ ਆਉਂਦਾ। ਅੱਜ ਕਿਤਨੇ ਲੋਕ ਨੇ ਜਿਹੜੇ ਕਹੀ ਦਿੰਦੇ ਨੇ ਕੀ ਕਰੀਏ, ਕਾਰੋਬਾਰ ਬਹੁਤ ਵੱਧ ਗਿਆ, ਗੁਰਦੁਆਰੇ ਦਾ ਸਮਾਂ ਕੋਈ ਨਹੀਂ, ਬਾਣੀ ਪੜ੍ਹਨ ਦਾ ਸਮਾਂ ਨਹੀਂ, ਗੁਰਦੁਆਰੇ ਆਉਣ ਦਾ ਸਮਾਂ ਨਹੀਂ। ਇੱਕੋ ਹੀ ਜਵਾਬ ਹੁੰਦਾ ਕਿ ਉਹ ਕਿਉਂ ਨਹੀਂ ਆਉਂਦੇ? ਜੀ ਕੰਮਕਾਰ ਬਹੁਤ ਵੱਧ ਗਏ ਨੇ। ਇਸ ਦਾ ਅਰਥ ਹੈ ਕਿ ਨਾਸਵੰਤ ਮਾਇਆ ਨੂੰ ਦੇਖ ਕੇ ਮਨੁੱਖ ਨਾ ਭੁੱਲ ਗਿਆ ਉਸ ਅਕਾਲ ਪੁਰਖ ਵਾਹਿਗੁਰੂ। ਹੁਣ ਦਾਤਾਂ ਪਿਆਰੀਆਂ ਲੱਗਣ ਲੱਗ ਪਈਆਂ। ਪਹਿਲਾਂ ਦਾਤੇ ਕੋਲ ਆਉਂਦਾ ਸੀ, ਅਰਦਾਸ ਕਰਦਾ ਸੀ, ਸੱਚੇ ਪਾਤਸ਼ਾਹ ਇਹ ਦਾਤ ਦੇ। ਅਸੀਂ ਰੋਜ਼ ਪੜ੍ਹਦੇ ਨਾ, ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ। ਆਖਦੇ ਹਾਂ, ਮੰਗਦੇ ਹਾਂ, ਦੇ ਦੇ, ਇਹ ਵੀ ਦੇ, ਇਹ ਵੀ ਦੇ। ਰੱਬ ਦਾ ਸੁਭਾਅ ਜੋ ਮੰਗਦੇ ਹਾਂ ਸਾਨੂੰ ਦਾਤ ਦੇ ਦਿੰਦਾ। ਉਹ ਦੇ ਰਿਹਾ ਜੋ ਅਸੀਂ ਮੰਗ ਰਹੇ ਹਾਂ, ਰੱਬ ਦੇ ਹੀ ਜਾਂਦਾ। ਪਰ ਜੋ ਸਾਨੂੰ ਮਿਲ ਗਿਆ ਨਾ, ਸਾਧੂ ਕਹਿੰਦੇ ਨੇ ਉਸ ਦਾਤ ਨੂੰ ਦੇਖ ਕੇ ਮਨੁੱਖ ਪਰਮੇਸ਼ਰ ਨੂੰ ਭੁੱਲ ਗਿਆ। ਕਿਉਂਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਕਿਉਂਕਿ ਮੌਤ ਭੁੱਲ ਗਈ ਉਹਨੂੰ, ਮੌਤ ਚੇਤੇ ਨਹੀਂ ਰਹੀ। ਦਾਤਾਂ ਇਤਨੀਆਂ ਪਿਆਰੀਆਂ ਲੱਗਣ ਲੱਗ ਪਈਆਂ, ਹੁਣ ਦਾਤਾਂ ਵਿੱਚੋਂ ਬੰਦੇ ਕੋਲੋਂ ਨਿਕਲਿਆ ਨਹੀਂ ਜਾਂਦਾ। ਝੂਠੀ ਮਾਇਆ ਵੇਖ ਭੁੱਲਾ ਰੇ ਮਨਾ, ਭੁੱਲ ਗਿਆ ਮਨ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਸੰਸਾਰ ਜਿਹੜਾ ਸੀ ਨਾ, ਜਿਹਦੇ ਵਿੱਚ ਤੂੰ ਰਹਿ ਰਿਹਾ,
ਇਹ ਤਾਂ ਸੰਸਾਰ ਦੇ ਵਿੱਚ ਅਸਲ ਦੇ ਵਿੱਚ ਇਹ ਸਾਰਾ ਹੀ ਸੰਸਾਰ ਜਿਹੜਾ ਨਾ ਇੱਕ ਭਿਆਨਕ ਜੰਗਲ ਹੈ। ਮਹਾ ਭਿਆਨ ਉਦਿਆਨ ਨਗਰ ਕਰਮਾਨਿਆ। ਸੰਸਾਰ ਇੱਕ ਭਿਆਨਕ ਜੰਗਲ ਹੈ ਤੇ ਤੂੰ ਆਪਣਾ ਨਗਰ ਸਮਝੀ ਬੈਠਾ ਹੈ। ਨਗਰ ਦਾ ਅਰਥ ਹੁੰਦਾ ਹੈ ਆਪਣਾ ਪਿੰਡ, ਆਪਣੀ ਗਲੀ, ਆਪਣਾ ਮੁਹੱਲਾ, ਆਪਣਾ ਸ਼ਹਿਰ, ਆਪਣਾ ਘਰ। ਪਰ ਇੱਥੇ ਤਾਂ ਕੁਝ ਵੀ ਆਪਣਾ ਨਹੀਂ ਹੈ। ਇਸ ਸੰਸਾਰ ਨੂੰ ਵੇਖ ਕੇ ਤੂੰ ਭੁੱਲ ਗਿਆ। ਸੰਸਾਰ ਦੇ ਵਿੱਚ ਆ ਕੇ ਇਹਨੂੰ ਨਗਰ ਸਮਝ ਕੇ ਬੈਠ ਗਿਆ। ਝੂਠ ਸਮੱਗਰੀ ਭੇਖ ਨਾਸਵੰਤ ਸਮੱਗਰੀ ਨੂੰ ਵੇਖ ਲਿਆ, ਹਾਏ ਮੇਰੇ ਕੋਲ ਕਾਰ ਆ ਗਈ, ਮੇਰਾ ਘਰ ਵੱਡਾ ਹੋ ਗਿਆ, ਮੇਰੇ ਕੋਲ ਸੰਤਾਨ ਹੈ। ਮਾਲਕ ਨੇ ਇਹ ਝੂਠੀ ਸਮੱਗਰੀ ਵੇਖ ਕੇ ਤੇ ਰੱਬ ਨੂੰ ਹੀ ਵਿਸਾਰ ਦਿੱਤਾ। ਸੱਚ ਕਰ ਜਾਣਿਆ, ਝੂਠੀ ਸਮੱਗਰੀ ਨੂੰ ਸੱਚ ਸਮਝ ਲਿਆ। ਔਰ ਜਿਸ ਨਾਲ ਨਾਸਵੰਤ ਸਮੱਗਰੀ ਨੂੰ ਸੱਚ ਸਮਝਾਂਗੇ, ਪਤਾ ਕੀ ਹੋਵੇਗਾ? ਕਾਮ, ਕ੍ਰੋਧ, ਅਹੰਕਾਰ ਫਿਰੈ ਦੇਵਾਨਿਆ। ਕਾਮ ਦਾ ਜਨਮ ਹੋਏਗਾ, ਕ੍ਰੋਧ ਦਾ ਜਨਮ ਹੋਏਗਾ, ਅਹੰਕਾਰ ਦਾ ਜਨਮ ਹੋਏਗਾ। ਇਹਨਾਂ ਵਿੱਚ ਮਸਤ ਹੋ ਜਾਏਗਾ, ਦੀਵਾਨਾ ਹੋ ਜਾਏਗਾ ਤੂੰ। ਮਹਾਰਾਜ ਜਾਗ ਵੀ ਸਕਦਾ ਹੈ ਬੰਦਾ? ਮਹਾਰਾਜ ਕਹਿੰਦੇ ਹਾਂ ਜਾਗਦਾ ਹੈ। ਕਦੋਂ? ਕਹਿੰਦੇ ਸਿਰ ਲੱਗਾ ਜਮ ਡੰਡ ਤਾਂ ਪਛੋਤਾਨਿਆ। ਜਦੋਂ ਕੋਈ ਦੁੱਖ ਆ ਜਾਂਦਾ ਨਾ ਫਿਰ ਪਛਤਾਵਾ ਕਰਦਾ ਹੈ। ਜੇ ਝੂਠ ਸਮੱਗਰੀ ਨੂੰ ਆਪਣਾ ਸਮਝਿਆ ਸੀ ਨਾ, ਇੱਕ ਦਿਨ ਆਉਂਦਾ ਹੈ ਜਦੋਂ ਕਿ ਬੰਦਾ ਕਹਿੰਦਾ ਕਿਸ ਵਾਸਤੇ ਮੈਂ ਇਤਨਾ ਕੁਛ ਕੀਤਾ। ਕਈ ਵਾਰੀ ਬੱਚੇ ਜਦੋਂ ਆਖਿਆ ਨਹੀਂ ਮੰਨਦੇ, ਜਿਹੜਾ ਧਨ ਸੀ ਉਹ ਧਨ ਨੂੰ ਵਰਤ ਨਹੀਂ ਪਾਉਂਦਾ ਬੰਦਾ। ਬਹੁਤ ਸਾਰੀਆਂ ਚੀਜ਼ਾਂ ਜੀਵਨ 'ਚ ਆਉਂਦੀਆਂ ਨੇ, ਉਤਰਾਓ ਚੜਾਓ ਜੀਵਨ ਦੇ ਆਉਂਦੇ ਨੇ। ਉਸ ਵੇਲੇ ਕਈ ਵਾਰੀ ਕਹਿੰਦਾ ਮੈਂ ਪੂਰੀ ਜ਼ਿੰਦਗੀ ਜੋ ਕੁਛ ਕੀਤਾ, ਕਹਿੰਦੇ ਉਸ ਦਾ ਲਾਭ ਕੀ ਪ੍ਰਾਪਤ ਹੋਇਆ। ਇਹੀ ਦਿਨ ਦੇਖਣੇ ਸਨ। ਇਹੀ ਹੁੰਦਾ ਨਾ ਬੰਦੇ ਨਾਲ ਹੁੰਦਾ। ਅਤੇ ਮਹਾਰਾਜ ਕਹਿੰਦੇ ਨੇ ਸਿਰ ਲੱਗਾ ਜਮਡੰਡ ਤਾਂ ਪਛੋਤਾਨਿਆ। ਮਹਾਰਾਜ ਕਹਿੰਦੇ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਕਿਉਂਕਿ ਪੂਰੇ ਗੁਰੂ ਤੋਂ ਬਿਨਾਂ ਮਨੁੱਖ ਸ਼ੈਤਾਨ ਬਣ ਕੇ ਜਿਉਂਦਾ ਹੈ। ਇਸ ਦਾ ਅਰਥ ਹੈ ਪੂਰੇ ਗੁਰੂ ਕੋਲ ਤਾਂ ਆਉਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਤਾਂ ਕਰਨੀ ਹੈ ਤਾਂ ਕਿ ਅਸੀਂ ਇਨਸਾਨ ਬਣ ਸਕੀਏ, ਅਸੀਂ ਇਨਸਾਨ ਬਣ ਸਕੀਏ। ਇੱਥੇ ਵੀ ਜਿਹੜੀ ਗੱਲਾਂ ਚੱਲ ਰਹੀਆਂ ਨੇ, ਕਹਿਣ ਲੱਗੇ ਕਹਿੰਦੇ ਤੂੰ ਝੂਠੀ ਸਮੱਗਰੀ ਵੇਖ ਕੇ ਹੇ ਮਨਾ ਭੁੱਲ ਗਿਆ। ਪਹਿਲੇ ਬੰਦ ਵਿੱਚ ਕਹਿਣ ਲੱਗੇ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ। ਆਖਣ ਲੱਗੇ ਜੋ ਮਨੁੱਖ ਪਰਮਾਤਮਾ ਨਾਲ ਜਾਣ ਪਛਾਣ ਬਣਾ ਲੈਂਦੇ ਹਨ, ਰੱਬ ਜੀ ਨੂੰ ਚੀਨ ਲੈਂਦੇ ਹਨ। ਚੀਨਣਾ ਅਰਥ ਹੁੰਦਾ ਪਹਿਚਾਣਨਾ, ਰੱਬ ਨੂੰ ਜਾਣ ਲੈਣਾ, ਰੱਬ ਨੂੰ ਸਮਝ ਲੈਣਾ, ਉਸਦੇ ਨਾਲ ਜਾਣ ਪਛਾਣ ਬਣਾ ਲੈਣੀ। ਆਓ ਕਿ ਰੱਬ ਜੀ ਬਾਰੇ ਸਮਝ ਲੈਣਾ ਕਿ ਰੱਬ ਕੀ ਕਰਦਾ ਹੈ, ਰੱਬ ਦੀ ਖੇਡ ਕੀ ਹੈ, ਰੱਬ ਨੇ ਸੰਸਾਰ ਨੂੰ ਕਿਵੇਂ ਘੜਿਆ ਹੈ, ਸੰਸਾਰ ਕਿਸ ਰੂਪ ਦੇ ਵਿੱਚ ਵਰਤ ਰਿਹਾ। ਜਦੋਂ ਬਾਣੀ ਵੱਲ ਧਿਆਨ ਦੇਵਾਂਗੇ ਨਾ, ਉਸ ਵੇਲੇ ਰੱਬ ਦੀ ਖੇਡ ਸਮਝ ਆ ਜਾਂਦੀ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜ ਕੇ ਕਰ ਆਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋ ਹੀ ਸਭ ਸੈ ਦੇ ਲੈਸੈ ਜਿੰਦ ਕਬਾਓ, ਕਰ ਆਸਨ ਡਿਠੋ ਚਾਓ। ਵੀ ਰੱਬ ਆਸਨ ਬਣਾ ਕੇ ਸੰਸਾਰ 'ਚ ਬੈਠਾ ਹੋਇਆ, ਜਿਸ ਰੱਬ ਨੂੰ ਮੈਂ ਕਿਤੇ ਹੋਰ ਸਮਝੀ ਬੈਠਾ। ਜਿਹੜੇ ਇਸ ਗੱਲ ਨੂੰ ਪਹਿਚਾਣ ਲੈਂਦੇ ਨੇ, ਜਿਨ੍ਹਾਂ ਦੇ ਰੱਬ ਦੇ ਨਾਲ ਸਾਂਝ ਬਣ ਜਾਂਦੀ ਹੈ, ਵਾਹਿਗੁਰੂ ਜੀ ਨਾਲ ਤਾਲਮੇਲ ਬਣ ਜਾਂਦਾ ਹੈ, ਅਤੇ ਕੀ ਹੁੰਦਾ ਉਹਨਾਂ ਦਾ? ਕਹਿਣ ਲੱਗੇ ਆਸਾ ਤੇ ਨਾ ਭਾਵ ਸੀ। ਅਤੇ ਇਹਦਾ ਅਰਥ ਹੈ ਉਹਨਾਂ ਮਨੁੱਖਾਂ ਨੂੰ ਹੋਰ ਜਿਹੜੀਆਂ ਆਸਾਵਾਂ ਨੇ ਨਾ, ਉਹ ਚੰਗੀਆਂ ਨਹੀਂ ਲੱਗਦੀਆਂ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੀ ਸਾਂਝ ਬਣਾ ਲੈਂਦੇ ਨੇ, ਪਰਮੇਸ਼ਰ ਨਾਲ ਉਹਨਾਂ ਦਾ ਸੰਬੰਧ ਬਣ ਜਾਂਦਾ ਹੈ, ਰੱਬ ਦੇ ਨਾਲੋਂ ਜਦੋਂ ਇੱਕ ਮਿਕਤਾ ਹਾਸਲ ਕਰ ਲੈਂਦੇ ਨੇ, ਫਿਰ ਸੰਸਾਰ ਦੀਆਂ ਆਸਾਵਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ ਕਿ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ। ਵੀ ਹੋਰ ਤਾਂ ਆਸ ਨਿਰਾਸ਼ ਹੀ ਕਰੇਗੀ। ਉਹਨੂੰ ਸਮਝ ਆ ਜਾਂਦੀ ਹੈ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਭਾਈ, ਵਿਨਸੈ ਨਾਮ ਵਿਸਾਰੀ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਇਹ ਗੱਲ ਨੂੰ ਸਮਝ ਆ ਜਾਂਦੀ ਵੀ ਇਹ ਆਸਾਵਾਂ, ਇਹ ਮਨ ਦੇ ਫੁਰਨੇ ਮੈਨੂੰ ਬੰਧਨਾਂ ਵਿੱਚ ਬੰਨ੍ਹਣ ਵਾਲੇ ਹਨ। ਇਸ ਕਰਕੇ ਉਹਨਾਂ ਨੂੰ ਫਿਰ ਸੰਸਾਰ ਦੀ ਜਿਹੜੀ ਆਸਾ ਹੈ ਨਾ, ਉਹ ਤਿਆਗ ਦਿੰਦੇ ਨੇ।
ਉਹ ਚੰਗੀ ਨਹੀਂ ਲੱਗਦੀ ਸੰਸਾਰ ਦੀਆਂ। ਹੋਰ ਆਸਾਵਾਂ ਉਹਨਾਂ ਨੂੰ ਪਿਆਰੀਆਂ ਨਹੀਂ ਲੱਗਦੀਆਂ। ਸਾਨੂੰ ਰੱਬ ਪਿਆਰਾ ਨਹੀਂ ਲੱਗਦਾ, ਹੋਰ ਆਸਾਵਾਂ ਚੰਗੀਆਂ ਲੱਗਦੀਆਂ। ਪਰ ਜਿਹੜੇ ਭਗਤ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੂੰ ਗੱਲ ਇਹ ਸਮਝ ਆ ਜਾਂਦੀ ਹੈ, ਔਰ ਜਿਹੜੇ ਆਪਣੇ ਮਨ ਦੇ ਨਾਲ ਗੱਲਾਂ ਬਾਤਾਂ ਕਰਕੇ ਮਨ ਨੂੰ ਇਸ ਟਿਕਾਣੇ 'ਤੇ ਲਿਆਉਂਦੇ ਨੇ, ਮਨ ਨੂੰ ਇਹ ਜ਼ੋਰ ਪਾ ਕੇ ਕਹਿੰਦੇ ਨੇ ਕਿਵੇਂ ਤਰੇਂਗਾ, ਤਾਂ ਮਨ ਨੂੰ ਜਵਾਬ ਮਿਲਦਾ ਹੈ ਪਰਮੇਸ਼ਰ ਨੂੰ ਪਹਿਚਾਣ ਲੈ, ਰੱਬ ਨਾਲ ਸਾਂਝ ਬਣਾ ਲੈ, ਤੂੰ ਤਰ ਜਾਏਗਾ, ਤੂੰ ਪਾਰ ਹੋ ਜਾਏਗਾ। ਅਤੇ ਜਦੋਂ ਉਹ ਰੱਬ ਨਾਲ ਸਾਂਝ ਬਣਾ ਲੈਂਦੇ ਨੇ ਤਾਂ ਹੋਰ ਦੁਨਿਆਵੀ ਜਿਹੜੀ ਆਸਾਵਾਂ ਨੇ ਨਾ, ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਔਰ ਇੱਕ ਗੱਲ ਸੱਚ ਹੈ, ਗੁਰਬਾਣੀ ਕਹਿੰਦੀ ਹੈ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਇਹ ਰਸ ਪਹਿਚਾਣਿਆ। ਜਿਹੜੇ ਨਿਰਸ ਹੋ ਗਏ ਨਾ ਸੰਸਾਰ ਦੇ ਰਸਾਂ ਵੱਲੋਂ, ਉਹਨਾਂ ਨੇ ਇਸ ਨਾਮ ਦੇ ਰਸ ਨੂੰ ਸਮਝ ਲਿਆ। ਉਹ ਰਸ ਛਾੜੇ ਇਹ ਰਸ ਆਵਾ, ਇਹ ਰਸ ਪੀਆ ਉਹ ਰਸ ਨਾ ਭਾਵਾ। ਜਿਨ੍ਹਾਂ ਨੇ ਨਾਮ ਦਾ ਰਸ ਪੀ ਲਿਆ ਨਾ, ਉਹਨਾਂ ਨੂੰ ਹੋਰ ਰਸ ਚੰਗੇ ਨਹੀਂ ਲੱਗਦੇ। ਫਿਰ ਕਹਿਣ ਲੱਗੇ ਰਾਮ ਭਗਤਾ ਚੇਤੀਅਲੇ ਅਚਿੰਤ ਮਨ ਰਾਖਸੀ। ਭਗਤ ਜੀ ਕਹਿੰਦੇ ਨੇ ਜਿਨ੍ਹਾਂ ਭਗਤਾਂ ਨੇ ਪ੍ਰਭੂ ਨੂੰ ਸਿਮਰਿਆ। ਰਾਮਾ ਭਗਤਾਂ ਦਾ ਅਰਥ ਹੈ ਜਿਨ੍ਹਾਂ ਭਗਤ ਜਨਾਂ ਨੇ, ਸੰਤ ਜਨਾਂ ਨੇ, ਗੁਰਮੁਖਾਂ ਨੇ ਰਾਮਾ ਚੇਤੀਅਲੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਰੱਬ ਨੂੰ ਸਿਮਰਿਆ। ਕਹਿੰਦੇ ਅਚਿੰਤ ਮਨ ਰਾਖਸੀ, ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ। ਰੱਬ ਦਾ ਸਿਮਰਨ ਕਿਉਂ ਕਰਨਾ ਹੈ? ਗੁਰਬਾਣੀ ਕਿਉਂ ਪੜ੍ਹਨੀ ਹੈ? ਗੁਰਬਾਣੀ ਦੀ ਪਰਚੋਲ ਕਿਉਂ ਕਰਨੀ ਹੈ? ਕਿਉਂਕਿ ਜਿਵੇਂ ਜਿਵੇਂ ਬਾਣੀ ਦੇ ਨਾਲ ਜੁੜਾਂਗੇ, ਬਾਣੀ ਨੂੰ ਸਿਮਰਾਂਗੇ, ਅਤੇ ਇਹ ਬਾਣੀ ਪਤਾ ਕੀ ਕਰਦੀ ਹੈ? ਇਹ ਜੀਵਨ ਵਿੱਚੋਂ ਸਾਰੀਆਂ ਚਿੰਤਾਵਾਂ, ਝੋਰੇ ਜਿਹੜੇ ਨੇ ਪਾਸੇ ਕਰ ਦਿੰਦੀ ਹੈ। ਤੁਸੀਂ ਇੱਕ ਵਚਨ ਰੋਜ਼ ਪੜ੍ਹਦੇ ਹੋ, ਤਕਰੀਬਨ ਸੁਣਦੇ ਹੋ। ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਕਈ ਵਾਰੀ ਮੈਂ ਹੈਰਾਨ ਹੁੰਦਾ, ਕਈ ਵਚਨ ਅਸੀਂ ਰੋਜ਼ ਪੜ੍ਹਦੇ ਹਾਂ, ਪੁੱਛੀਏ ਅਰਥ ਕੀ ਹੈ ਅਤੇ ਪਤਾ ਨਹੀਂ। ਇਹ ਵਚਨ ਬਹੁਤ ਜ਼ਿਆਦਾ ਪੜ੍ਹੇ ਜਾਂਦੇ ਨੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਸ ਦਾ ਅਰਥ ਕੀ ਹੈ? ਅਸੀਂ ਸਮਝਦੇ ਵੀ ਰੱਬ ਦੇ ਘਰੋਂ ਬਾਣੀ ਆਈ ਅਤੇ ਆ ਕੇ ਉਹਨੇ ਚਿੰਤਾ ਮਿਟਾ ਦਿੱਤੀ। ਇਹ ਅਰਥ ਨਹੀਂ ਹਨ। ਇਹਦਾ ਅਰਥ ਹੈ ਧੁਰ ਦੀ ਬਾਣੀ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਈ ਹੈ, ਅੰਦਰ ਉਸ ਬਾਣੀ ਨੇ ਨਿਵਾਸ ਕਰ ਲਿਆ ਹੈ। ਅਤੇ ਜਦੋਂ ਰੱਬ ਦੀ ਬਾਣੀ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਈ, ਤਿੰਨ ਸਗਲੀ ਚਿੰਤ ਮਿਟੇ, ਤਾਂ ਸਾਰੀ ਚਿੰਤਾ ਮੁੱਕ ਗਈ ਜੀਵਨ 'ਚ। ਇਹਦਾ ਅਰਥ ਜਿੰਨਾ ਚਿਰ ਬਾਣੀ ਅੰਦਰ ਨਹੀਂ ਵਸੇਗੀ, ਚਿੰਤਾਵਾਂ ਨੂੰ ਕੋਈ ਮੇਟ ਨਹੀਂ ਸਕਦਾ। ਬਾਣੀ ਅੰਦਰ ਟਿਕ ਗਈ ਅਤੇ ਕੋਈ ਚਿੰਤਾ ਨੇੜੇ ਨਹੀਂ ਆ ਸਕਦੀ। ਬਾਣੀ ਅੰਦਰ ਆ ਕੇ ਟਿਕਣੀ ਚਾਹੀਦੀ ਹੈ, ਹਿਰਦੇ ਵਿੱਚ ਵਸਣੀ ਚਾਹੀਦੀ ਹੈ। ਸਤਿਗੁਰ ਕਹਿੰਦੇ ਨੇ ਰਾਮ ਭਗਤਾ ਚੇਤੀਅਲੇ ਅਚਿੰਤ ਮਨ ਰਾਖਸੀ। ਜਿਨ੍ਹਾਂ ਭਗਤ ਜਨਾਂ ਨੇ ਪਰਮਾਤਮਾ ਨੂੰ ਸਿਮਰਿਆ, ਉਹਨਾਂ ਨੂੰ ਪਰਮੇਸ਼ਰ ਨੇ ਚਿੰਤਾ ਤੋਂ ਬਚਾਈ ਰੱਖਿਆ। ਰੱਬ ਉਹਨਾਂ ਦੇ ਨੇੜੇ ਚਿੰਤਾ ਨਹੀਂ ਆਉਣ ਦਿੰਦਾ। ਗੁਰਬਾਣੀ ਵੀ ਇਹ ਗੱਲ ਸਮਝਾ ਦਿੰਦੀ ਹੈ ਬੰਦੇ ਨੂੰ, ਜਿਹੜਾ ਸਿਮਰਨ ਕਰਦਾ ਹੈ, ਬਾਣੀ ਨੂੰ ਸਿਮਰਦਾ ਹੈ, ਬਾਣੀ ਦਾ ਅਭਿਆਸੀ ਹੈ। ਗੁਰਬਾਣੀ ਕਹਿੰਦੀ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਤੂੰ ਚਿੰਤਾ ਕਿਉਂ ਕਰਦਾ? ਜਿਹੜਾ ਬਾਣੀ ਦਾ ਅਭਿਆਸੀ ਹੈ ਉਹ ਰੋਜ਼ ਪੜ੍ਹਦਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਸੀ ਹੈ, ਜਲ ਮੈਂ ਜੰਤੂ ਪਾਇਨ ਤਿਨਾ ਵਿਰੋਧੀ ਦੇ। ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਏ। ਭਗਤ ਨਾਮਦੇਵ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਤੂੰ ਪਰਮੇਸ਼ਰ ਦਾ ਨਾਮ ਸਿਮਰਿਆ ਕਰ, ਰੱਬ ਐਸੀ ਕਿਰਪਾ ਕਰੇਗਾ ਕਿ ਤੇਰੇ ਨੇੜੇ ਚਿੰਤਾ ਨਹੀਂ ਆਉਣ ਦੇਗਾ। ਇੱਕ ਬਚਨ ਤੁਸੀਂ ਹੋਰ ਪੜ੍ਹਦੇ ਹੋ, ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ। ਅੰਦਰ ਸਾਰੀ ਚਿੰਤਾਵਾਂ, ਸਾੜਾ ਅੰਦਰ ਦਾ,
ये सारा दूर हो जाता जीवन चो। जलन बुझी शीतल होए मनवा, सतगुर का दर्शन पाए जियो। जो अमृत बाणी नाल जुड़ांगे जीवन चो चिंतावां आपे ही मुक जाणगियां। चिंता उन्ना चिर है जिन्ना चिर बाणी दे अभ्यासी नहीं है, जिन्ना चिर ये बाणी साडे जीवन का आधार नहीं बन रही। जिन्ना चिर असीं कंन तो सुन के दूजे कंन चों कढ़ दिंदे आ, उन्ना चिर चिंतावां ने जिस दिन बाणी हिरदे दे अंदर टिक गई ना, याद रखियो गुरसिखो, उस दिन कोई भी चिंता नहीं होएगी। उस दिन तो अकाल पुरख कृपा करेगा, अपने प्यारे दे सिर ते ऐसा हथ रखेगा कि उसनूं कोई चिंता नेड़े नहीं आन देगा। क्योंकि महाराज कहते ताती वाओ न लगी पार ब्रह्म सरनाई, चौगिरद हमारे रामकार दुख लगे ना भाई। वो फिर दुख नहीं लगन दिंदा। कोई भगत बन के तो वेखे, वाहिगुरू जी नूं सिमरन करते वेखे। गुरु साहब जी बाणी दे राही सानू गारंटी देंदे, तू ये काम कर लै। पर सानू इस गल दे उत्ते भरोसा नहीं है। माफ़ करना, गुरु साहब कहते रोज़ ने, पर सिख का भरोसा नहीं बचता, विश्वास नहीं बचता। ये फिर सियाणिਆਂ कोल चला जाता है, दूजे तीजे कोल चला जाता है, उन्होंने उत्ते जाके भरोसा बच जाता। पर गुरु ग्रंथ साहब जी कहते ने भी ये गल तू कर लवें ना, तो गारंटी देना भी तेरे जीवन च चिंता कोई नहीं आएगी, तेनों तत्ती वाह नहीं लगेगी। पर उस गल नूं असीं इग्नोर मार जाते हैं। गुरु साहब ने तो इत्थे तक दिलासा दिता सिख नूं कि देख सिखा, एक दिन ऐसा आवे कि तेरे जीवन विच सारे पासों दुख आ जाण। कई बार ऐसा होंदा जीवन के अंदर कि चारे पासों बंदा कर जाता है और चिंतावां सारे पासों आके घेर लैंदियां हन। ते महाराज कहते ने जाको मुश्किल अत बनै, ढोई कोई ना दे, लागू होए दुश्मना साख भी भज कले, सबो भजै आसरा, चूकै सब असराओ। इस हालत तक पहुँच जाए कि जिथे तेनों कोई आसरा देने वाला ना होवे, डरी ना, रब दे उत्ते भरोसा करी, गुरु की गल दे उत्ते यकीन करी। सदगुरु कहते ने की होएगा जे तू रब दे नाल जुड़ के गुरु दे उत्ते भरोसा करके तुरेगा ना, तो इस अवस्था ते भी तू पहुँच जाए कि सारे साथ छड़ जान। कई बारी होंदा है कि अपने रिश्तेदार साग संबंधी भैन भरा ऐसा औखा वक्त भी आ जाता है कि सारे साथ छड़ जाते हैं, अपने बेगाने बन जाते हैं, दुश्मन भी आके खड़ जाता है। फिर बचन सुनना, जाको मुश्किल अत बनै, अत का औखा समा आ जाए, ढोई कोई ना दे। बंदा मुश्किल दे विच की करदा, किसी का आसरा लैंदा, किसी का बूहा खड़काएगा, किसी के दर ते जाएगा, कहेगा मैनू आसरा दे दो, मैं बड़ी परेशानी विच हाँ। कोई ढोई ना दवे, कोई आसरा ना दवे, गुरु ग्रंथ साहब जी कहते तेनों मैं गारंटी देना है, जाको असकल मुश्किल अत बनै, ढोई कोई ना दे, लागू होए दुश्मना, सारे लोग दुश्मन बन जान। लागू का अर्थ होंदा है कि सारे दुश्मन बन जान तेरे, साख भी भज खले, जिन्होंने अपना समझिया सी वो भी सारे तेरा साथ छड़ के नस जान। सबो भजै आसरा, चूकै सब असराओ, मरग ने चित आवे उस पार ब्रह्म, लगे न तत्ती वाओ। जे तेनों रब जी चेते आ गए ना, तो रब तेनों तत्ती वाह नहीं लगन देणगे। तुस रब नूं चेते करके तां वेख, बस ये यकीन नहीं साडा बनदा। एक शब्द होर मैं थोड़े जेन नसीन करा, मार कहने मेरे राम राय तू संतां का संत तेरे, तेरे सेवक को भो कुछ नाही, जम नहीं आवे नेरे। अगले वचन बड़े कमाल दे ने, मार कहने जो तेरे रंग राते स्वामी, तिनका जन्म मरण दुख नासा। मार कहने तेरी बख्श न मिटे कोई, सतगुरु का दिलासा। सतगुरु दिलासा देंदे कि वाहिगुरु जे बख्शिश करन ते आवे ना, कोई मेट नहीं सकता, पर सिख नूं यकीन कोई नहीं हुंदा, भरोसा कोई नहीं है। भगत नामदेव जी कहते किते भरोसा करके वेख प्यारिया, भगत बन के वेख परमात्मा नूं जिहड़ा भी सिमरदा है। जिन्हां भगतां ने सिमरिया परमात्मा दे नाम नूं चेते कीता, कहते रब ने कृपा की, अचिंत मन रागसी, उन्हां दे मन नूं चिंता तो बचा लिया। उन्हां दे मन दे नेड़े कोई चिंता नहीं आउंदी। फिर अगले वचन कीते, कहते ने छिपे के कर जन्म दैला, गुर उपदेश पहला,
ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਮੇਰਾ ਜਿਹੜਾ ਜਨਮ ਹੈ, ਕਹਿੰਦੇ ਮੈਂ ਨਾਮੇ ਨੂੰ ਭਾਵੇਂ ਪਰਮਾਤਮਾ ਨੇ 6ਵੇਂ ਦੇ ਘਰ ਜਨਮ ਦਿੱਤਾ ਹੈ। ਮੈਂ ਨਾਮੇ ਨੂੰ ਭਾਵੇਂ ਪਰਮਾਤਮਾ ਨੇ 6ਵੇਂ ਦੇ ਘਰ ਜਨਮ ਦਿੱਤਾ ਹੈ, 6ਵੇਂ ਦੇ ਘਰ ਜਨਮ ਦਿੱਤਾ ਹੈ, ਪਰ ਮੇਰੇ ਪ੍ਰਭੂ ਨੇ ਇੱਕ ਮਿਹਰ ਕਰ ਦਿੱਤੀ ਮੇਰੇ ਉੱਤੇ। ਭਾਵੇਂ ਜਨਮ ਮੇਰਾ ਲੋਕਾਂ ਦੇ ਮੁਤਾਬਿਕ ਨੀਵੀਂ ਕੁਲ 'ਚ ਹੋਇਆ, ਲੋਕ ਮੈਨੂੰ ਨੀਵੀਂ ਜਾਤ ਦਾ ਕਹਿੰਦੇ ਨੇ, ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਭਾਵੇਂ ਜਨਮ ਨੀਵੀਂ ਜਾਤ ਵਿੱਚ ਹੋਇਆ, ਪਰ ਮੇਰੇ ਪ੍ਰਭੂ ਨੇ ਇੱਕ ਕਿਰਪਾ ਕੀਤੀ। ਗੁਰੂ ਉਪਦੇਸ਼ ਪਹਿਲਾ, ਉਸ ਨੇ ਮਿਹਰ ਨਾਲ ਮੈਨੂੰ ਸਤਿਗੁਰ ਦਾ ਉਪਦੇਸ਼ ਜਿਹੜਾ ਸੀ ਨਾ ਉਹ ਦੇ ਦਿੱਤਾ। ਭਾਵ ਕਿ ਮੈਨੂੰ ਸਤਿਗੁਰ ਦਾ ਉਪਦੇਸ਼ ਮਿਲ ਗਿਆ, ਸਤਿਗੁਰ ਦੇ ਉਪਦੇਸ਼ ਦੀ ਪ੍ਰਾਪਤੀ ਹੋ ਗਈ। ਮੇਰਾ ਜਨਮ ਭਾਵੇਂ ਨੀਵੀਂ ਜਾਤ 'ਚ ਹੋਇਆ, ਪਰ ਮੈਨੂੰ ਉਸ ਪਰਮਾਤਮਾ ਦੀ ਮਿਹਰ ਨਾਲ ਸਤਿਗੁਰ ਦਾ ਉਪਦੇਸ਼ ਮਿਲ ਗਿਆ। ਮੈਂ ਇੱਕ ਬੇਨਤੀ ਕਰਾਂ, ਜਨਮ ਕਿਸੇ ਜਾਤ ਵਿੱਚ ਵੀ ਹੋਵੇ, ਕਿਸੇ ਧਰਮ ਵਿੱਚ ਵੀ ਹੋਵੇ, ਜੇ ਸੱਚੇ ਸਤਿਗੁਰ ਦਾ ਉਪਦੇਸ਼ ਪ੍ਰਾਪਤ ਹੋ ਜਾਏ, ਫਿਰ ਕਦੀ ਮਨੁੱਖ ਨੂੰ ਆਪਣੀ ਜਾਤ 'ਤੇ ਰੋਣਾ ਨਹੀਂ ਚਾਹੀਦਾ ਵੀ ਮੇਰੀ ਜਾਤ ਨੀਵੀਂ ਹੈ। ਕਿਉਂਕਿ ਗੁਰਬਾਣੀ ਕਹਿੰਦੀ ਹੈ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ, ਦਰਸ਼ਨ ਮੰਗੋ ਦੇਹ ਪਿਆਰੇ, ਤੇਰੀ ਸੇਵਾ ਕੌਣ ਕੌਣ ਨਾ ਤਾਰੇ। ਸੇਵਾ ਕਰਕੇ ਕਿਹੜਾ ਨਹੀਂ ਤਰਿਆ। ਜਿਹੜਾ ਬੰਦਾ ਕਹਿੰਦਾ ਨਾ ਮੈਨੂੰ ਕੋਈ ਜਾਣਦਾ ਨਹੀਂ, ਪਹਿਚਾਣਦਾ ਨਹੀਂ, ਅਤੇ ਹਰ ਰੋਜ਼ ਤੁਸੀਂ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ 'ਚ ਪੜ੍ਹ ਕੇ ਵੇਖੋ, ਮਹਾਰਾਜ ਕਹਿੰਦੇ ਨੇ ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿਨ੍ਹਾਂ ਨੇ ਹਰੀ ਦਾ ਸਿਮਰਨ ਕੀਤਾ ਉਹ ਭਗਤ ਹੋ ਕੇ ਸੰਸਾਰ 'ਚ ਪ੍ਰਗਟ ਹੋ ਗਏ। ਕਿੰਨੇ ਉਹਨਾਂ ਨੂੰ ਭਗਤ ਬਣਾਇਆ? ਰੱਬ ਦੀ ਬੰਦਗੀ ਨੇ, ਪਰਮਾਤਮਾ ਦੇ ਸਿਮਰਨ ਨੇ, ਉਸਦੀ ਯਾਦ ਨੇ ਉਹਨਾਂ ਨੂੰ ਭਗਤ ਪ੍ਰਗਟ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰਾ ਨੀਵੀਂ ਜਾਤ 'ਚ ਜਨਮ ਹੋਇਆ। ਭਗਤ ਨਾਮਦੇਵ ਕਹਿੰਦੇ ਨੇ, ਪਰ ਭਾਵੇਂ ਨੀਵੀਂ ਜਾਤ 'ਚ ਜਨਮ ਹੋਇਆ, ਪਰ ਮੇਰੇ ਰੱਬ ਨੇ ਮਿਹਰ ਕਰ ਦਿੱਤੀ ਕਿ ਮੈਨੂੰ ਗੁਰੂ ਦਾ ਉਪਦੇਸ਼ ਮਿਲ ਗਿਆ। ਮੈਂ ਕਹਿੰਦਾ ਤੁਸੀਂ ਸਾਰੇ ਭਾਗਾਂ ਵਾਲੇ ਜਿਹੜੇ ਗੁਰੂ ਉਪਦੇਸ਼ ਨੂੰ ਸੁਣ ਰਹੇ ਹੋ, ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਮਿਲਿਆ ਹੋਇਆ, ਮੈਂ ਸਮਝਦਾ ਇਸ ਤੋਂ ਵੱਡੇ ਭਾਗ ਕਿਸੇ ਦੇ ਨਹੀਂ। ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਗੁਰਸਿੱਖਾਂ ਤੋਂ ਵੱਡੇ ਭਾਗ ਕਿਸੇ ਦੇ ਨਹੀਂ। ਕਿਉਂ? ਉਪਦੇਸ਼ ਨੇ ਹੀ ਸਾਡਾ ਜੀਵਨ ਸਫਲਾ ਕਰਨਾ ਹੈ। ਗੁਰੂ ਕੇ ਉਪਦੇਸ਼ ਨੇ ਸਾਨੂੰ ਚਿੰਤਾਵਾਂ ਤੋਂ, ਝੋਰਿਆਂ ਤੋਂ ਬਚਾਉਣਾ ਹੈ। ਫਿਰ ਲਾਸਟ ਪੰਕਤੀ 'ਚ ਕਹਿਣ ਲੱਗੇ, ਸੰਤਾਂ ਕੈ ਪ੍ਰਸਾਦ ਨਾਮਾ ਹਰ ਭੇਟੁਲਾ। ਆਖਣ ਲੱਗੇ ਭਗਤ ਨਾਮਦੇਵ, ਹੁਣ ਸੰਤ ਜਨਾਂ ਦੀ ਕਿਰਪਾ ਨਾਲ, ਪਾਓ ਗੁਰਮੁਖਾਂ ਦੀ ਸੰਗਤ ਨਾਲ ਗੁਰਮੁਖਾਂ ਨੇ ਕਿਰਪਾ ਕੀਤੀ। ਕਹਿੰਦੇ ਮੈਨੂੰ ਨਾਮੇ ਨੂੰ ਰੱਬ ਮਿਲ ਪਿਆ। ਔਰ ਇਹ ਬਾਣੀ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਹੈ ਜਿੱਥੇ ਭਗਤ ਨਾਮਦੇਵ ਜੀ ਕਰਦੇ ਨੇ। ਤੁਸੀਂ ਕਬੀਰ ਸਾਹਿਬ ਦਾ ਸ਼ਬਦ ਪੜ੍ਹੋ, ਸਨਕ ਸਨੰਦ ਮਿਹਰ ਸਮਾਨਾ, ਸੇਖ ਨਾਗ ਤਿਰੁ ਮਰਮ ਨਾ ਜਾਣਾ। ਕਹਿੰਦੇ ਨੇ ਸੰਤ ਸੰਗਤ ਰਾਮ ਹਿਰਦੈ ਵਸਾਈ। ਗੁਰਮੁਖਾਂ ਦੀ ਸੰਗਤ ਵਿੱਚੋਂ ਮੈਂ ਰਮੇ ਹੋਏ ਰਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਸਾਰੀ ਮੰਗ ਰੋਜ਼ ਦੀ ਇਹੀ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਭਗਤ ਜੀ ਕਹਿੰਦੇ ਹੁਣ ਗੁਰਮੁਖਾਂ ਦੀ ਮੈਂ ਇਹ ਵੀ ਬੇਨਤੀ ਕਰ ਦਿੱਤਾ, ਸੰਤ ਅੱਖਰ ਕੋਈ ਚੋਲੇ ਦਾ ਨਾਂ ਨਹੀਂ ਹੈ, ਕਿਸੇ ਖਾਸ ਲਿਬਾਸ ਦਾ ਨਾਮ ਨਹੀਂ ਹੈ। ਸੰਤ ਤਾਂ ਇੱਕ ਬਹੁਤ ਵੱਡੀ ਪਦਵੀ ਹੈ ਜੀਵਨ ਵਿੱਚ। ਸੰਤ ਤਾਂ ਇੱਕ